ਅਧਿਆਇ 2 ਆਪਣੇ ਮਨੋਰਥ ਨੂੰ ਸਮਝੋ। ਇਸ ਬਾਰੇ ਸਪਸ਼ਟ ਹੋਵੋ ਕਿ ਤੁਸੀਂ ਚਾਹੁੰਦੇ ਕੀ ਹੋ ਅਤੇ ਕਿਉਂ। ਆਪਣੇ ਮਨੋਰਥ ਨੂੰ ਅਤੇ ਇਸ ਗੱਲ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਤੁਸੀਂ ਇੱਕ ਨਿਸ਼ਚਿਤ ਮਾਤਰਾ ਵਿੱਚ ਪੈਸਾ ਕਿਉਂ ਬਣਾਉਣਾ ਚਾਹੁੰਦੇ ਹੋ, ਇੱਕ ਖਾਸ ਕਾਰ ਕਿਉਂ ਚਲਾਉਣਾ ਚਾਹੁੰਦੇ ਹੋ, ਇੱਕ ਖਾਸ ਸ਼ਹਿਰ ਵਿੱਚ ਕਿਉਂ ਰਹਿਣਾ ਚਾਹੁੰਦੇ ਹੋ, ਜਾਂ ਦੁਨੀਆ ਦੇ ਇੱਕ ਖਾਸ ਹਿੱਸੇ ਵਿੱਚ ਛੁੱਟੀਆਂ ਕਿਉਂ ਗੁਜ਼ਾਰਨਾ ਚਾਹੁੰਦੇ ਹੋ। ਬਿਨਾਂ ਕਿਸੇ ਫਤਵੇ ਦੇ ਆਪਣੀ ਕਿਉਂ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ। ਤੁਹਾਡਾ ਉਸ ਅਨੁਭਵ ਨਾਲ ਜੁੜਨਾ ਜ਼ਰੂਰੀ ਹੈ। ਜਦੋਂ ਤੁਸੀਂ ਇੱਕ ਵਾਰ ਉਹ ਟੀਚਾ ਜਾਂ ਸੁਪਨਾ ਪੂਰਾ ਕਰ ਲਵੋਗੇ, ਤੁਹਾਨੂੰ ਇਹ ਕਿਵੇਂ ਮਹਿਸੂਸ ਹੋਵੇਗਾ? ਕੀ ਤੁਹਾਨੂੰ ਇਸ ਨਾਲ ਆਜ਼ਾਦੀ, ਨਿਰਸੰਦੇਹ ਆਨੰਦ, ਖੁਸ਼ੀ ਅਤੇ ਪ੍ਰਾਪਤੀ ਮਹਿਸੂਸ ਹੋਵੇਗੀ? ਜਦੋਂ ਇੱਕ ਵਾਰ ਤੁਸੀਂ ਆਪਣੇ ਇਰਾਦਿਆਂ ਨੂੰ ਪੂਰਾ ਕਰਦੇ ਹੋ, ਫਿਰ ਹਾਸਲ ਚਾਹੇ ਕਿਹੋ ਜਿਹਾ ਵੀ ਹੋਵੇ, ਤੁਹਾਡਾ ਮਨ ਹਮੇਸ਼ਾ ਅੰਤਮ ਨਤੀਜੇ ਨਾਲ ਜੁੜਿਆ ਰਹੇਗਾ ਅਤੇ ਤੁਹਾਡਾ ਆਪਣੇ ਸੁਪਨਿਆਂ ਅਤੇ ਮਨਭਾਉਂਦੀ ਜ਼ਿੰਦਗੀ ਨੂੰ ਹਾਸਲ ਕਰਨ ਦਾ ਭਰੋਸਾ ਅਡੋਲ ਰਹੇਗਾ। ਮੈਂ ਆਪਣੇ ਆਪ ਲਈ ਇੱਕ ਨਜ਼ਰੀਆ ਬਣਾ ਲੈਂਦਾ ਹਾਂ ਅਤੇ ਫਿਰ ਦੇਖਦਾ ਹਾਂ ਕਿ ਜੇ ਮੈਂ ਇੱਕ ਨਿਸ਼ਚਿਤ ਨਤੀਜਾ ਹਾਸਲ ਕਰ ਲਿਆ ਤਾਂ ਕਿੰਨੇ ਲੋਕ ਸਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਹੋਣਗੇ। ਇਸ ਨਾਲ ਮੇਰੇ ਅੰਦਰ ਪ੍ਰਬਲ ਇੱਛਾ ਪੈਦਾ ਹੋ ਜਾਂਦੀ ਹੈ। ਜਦੋਂ ਇੱਕ ਵਾਰ ਤੁਸੀਂ ਆਪਣੀ ਕਿਉਂ ਨੂੰ ਸਮਝ ਲੈਂਦੇ ਹੋ, ਤੁਸੀਂ ਇੱਕ ਪ੍ਰਕਿਰਿਆ ਅਤੇ ਉੱਥੇ ਪਹੁੰਚਣ ਦੀ ਯੋਜਨਾ ਬਣਾ ਲਵੋਗੇ। ਜਦੋਂ ਮੈਂ ਪਹਿਲ ਪ੍ਰਥਮੇ ਸ਼ੁਰੂਆਤ ਕੀਤੀ ਤਾਂ ਮੇਰੀ ਚਾਲਕ ਸ਼ਕਤੀ ਪੈਸਾ ਸੀ, ਕਿਉਂਕਿ ਮੇਰੇ ਕੋਲ ਕੁਝ ਨਹੀਂ ਸੀ। ਸਮਾਂ ਗੁਜ਼ਰਨ 'ਤੇ ਮੈਂ ਇਹ ਨੋਟ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਦੂਜਿਆਂ ਉੱਪਰ ਪ੍ਰਭਾਵ ਕਿਵੇਂ ਪਾ ਸਕਦਾ ਹਾਂ। ਇਸ ਨਾਲ ਮੈਨੂੰ ਵਧੇਰੇ ਆਨੰਦ ਅਤੇ ਸੱਚੀ ਸੰਤੁਸ਼ਟੀ ਮਿਲੀ। ਮੈਨੂੰ ਪਤਾ ਸੀ ਕਿ ਮੈਂ ਬੀਤੇ ਨੂੰ ਤਿਆਗ ਕੇ ਹੀ ਆਪਣੇ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਦਾ ਸੀ। ਇੱਛਾ ਕੁੱਲ ਪ੍ਰਾਪਤੀਆਂ ਦਾ ਮੁੱਢਲਾ ਨੁਕਤਾ ਹੈ। ਇਹ ਇੱਕ ਉਮੀਦ, ਇੱਕ ਇੱਛਾ ਨਹੀਂ, ਸਗੋਂ ਪ੍ਰਬਲ ਖਵਾਇਸ਼ ਹੈ ਜੋ ਹਰ ਚੀਜ਼ ਨੂੰ ਪਾਰ ਕਰ ਜਾਂਦੀ ਹੈ। ਇਹ ਬੋਲ ਹਨ ਨੈਪੋਲੀਅਨ ਹਿੱਲ, ਥਿੰਕ ਐਂਡ ਗਰੋ ਰਿਚ ਦੇ ਲੇਖਕ ਦੇ। ਸਫਲਤਾ ਦਾ ਰਾਹ ਸਿੱਧਾ ਸਪਾਟ ਨਹੀਂ ਹੁੰਦਾ। ਇਹ ਮੋੜਾਂ ਘੋੜਾਂ ਭਰਿਆ, ਅਣਕਿਆਸੀ ਅਚੰਭਿਆਂ ਨਾਲ ਭਰਿਆ ਹੁੰਦਾ ਹੈ। ਕਈ ਵਾਰ ਤੁਸੀਂ ਦੇਖ ਹੀ ਨਹੀਂ ਸਕਦੇ ਕਿ ਤੁਹਾਡੇ ਸਾਹਮਣੇ ਕੀ ਹੈ, ਪਰ ਤੁਹਾਡੇ ਲਈ ਅੱਗੇ ਵਧਦੇ ਜਾਣਾ ਜ਼ਰੂਰੀ ਹੁੰਦਾ ਹੈ। ਆਪਣੇ ਕੁਝ ਪਹਿਲੇ ਕਾਰੋਬਾਰਾਂ ਦੀ ਸ਼ੁਰੂਆਤ 'ਚ ਮੈਂ ਵਿਕਰੀ, ਲੋਕਾਂ ਅਤੇ ਇਸ ਬਾਰੇ ਬਹੁਤ ਕੁਝ ਸਿੱਖਿਆ ਕਿ ਜ਼ਿੰਦਗੀ ਵਿੱਚ ਹਾਸਲ ਕਰਨ ਲਈ ਕੀ ਜ਼ਰੂਰੀ ਹੈ। 3 ਚੀਜ਼ਾਂ ਬਹੁਤ ਮਹੱਤਵਪੂਰਨ ਹਨ। ਨੰਬਰ 1, ਆਪਣੀ ਹਉਮੈ ਤਿਆਗ ਦਿਓ। ਹਉਮੈ ਵਿਕਾਸ ਦੀ ਦੁਸ਼ਮਣ ਹੈ। ਨੰਬਰ 2, ਲਾਲਚ ਛੱਡ ਦਿਓ। ਇਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਹਰ ਕਿਸੇ ਨਾਲ ਵਧੀਆ ਵਰਤਾਓ ਕਰ ਸਕਦੇ ਹਾਂ। ਨੰਬਰ 3, ਇਮਾਨਦਾਰ ਬਣੋ। ਸਭ ਕੁਝ ਸਾਫ਼ ਸਪਸ਼ਟ ਰੱਖੋ। ਪੱਕੇ ਇਰਾਦੇ ਅਤੇ ਭਰੋਸੇ ਦੀ ਇੱਕ ਅਚੰਭਤ ਕਰਨ ਵਾਲੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜੋਐਨੀ ਰੋਲਿੰਗ ਨੂੰ ਦੁਨੀਆ ਭਰ ਦੇ ਕਰੋੜਾਂ ਲੋਕ J.K. ਰੋਲਿੰਗ ਵਜੋਂ ਜ਼ਿਆਦਾ ਜਾਣਦੇ ਹਨ। ਉਹ ਬਹੁਤ ਹੀ ਚਰਚਿਤ ਸਨਸਨੀਖੇਜ਼ ਹੈਰੀ ਪੋਟਰਸ ਬੁੱਕ ਸੀਰੀਜ਼ ਦੀ ਲੇਖਿਕਾ ਹੈ। ਉਸ ਬਾਰੇ ਹਰ ਕੋਈ ਸੋਚਦਾ ਹੈ ਕਿ ਉਹ ਰਾਤੋਂ ਰਾਤ ਕਾਮਯਾਬ ਹੋ ਗਈ ਹੋਵੇਗੀ, ਪਰ ਅਸਲੀਅਤ ਇਹ ਹੈ ਕਿ ਆਖਰਕਾਰ ਬਲੂਮਸਬਰੀ ਵੱਲੋਂ ਇਸ ਦੀ ਰਚਨਾ ਮਹਿਜ 1500 ਪਾਉਂਡ ਐਡਵਾਂਸ ਬਦਲੇ ਛਾਪਣ ਲਈ ਚੁਣਨ ਤੋਂ ਪਹਿਲਾਂ ਉਸ ਰਚਨਾ ਨੂੰ 12 ਵੱਖੋ ਵੱਖਰੇ ਪ੍ਰਕਾਸ਼ਕਾਂ ਵੱਲੋਂ ਰੱਦ ਕੀਤਾ ਗਿਆ ਸੀ। ਰੋਲਿੰਗ ਦੀ ਇਸ ਨਿੱਕੀ ਕਿਤਾਬ ਲੜੀ ਨੂੰ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਅਤੇ ਦੁਨੀਆ ਭਰ 'ਚੋਂ ਇਸ ਦੀਆਂ 50 ਕਰੋੜ ਤੋਂ ਵੱਧ ਕਾਪੀਆਂ ਵਿਕੀਆਂ। ਨਿਸ਼ਚੇ ਹੀ ਇਹ ਬਲਾਕਬਸਟਰ ਫਿਲਮੀ ਸਿਤਾਰਿਆਂ ਰਾਲਫ ਫੀਨਸ, ਡੈਨੀਅਲ ਰੈਡਕਲਿਫ, ਐਲਾਨ ਰਿਕਮੈਨ ਅਤੇ ਹੋਰ ਬਹੁਤ ਸਾਰੇ ਪ੍ਰਤਿਭਾਵਾਨ ਐਕਟਰਾਂ ਲਈ ਪ੍ਰੇਰਨਾ ਬਣੀ। J.K. ਰੋਲਿੰਗ ਦਾ ਕਹਿਣਾ ਹੈ, ਆਪਣੀ ਦੁਨੀਆ ਨੂੰ ਬਦਲਣ ਲਈ ਸਾਨੂੰ ਕਿਸੇ ਜਾਦੂ ਦੀ ਲੋੜ ਨਹੀਂ। ਹਰ ਤਰ੍ਹਾਂ ਦੀ ਲੋੜੀਂਦੀ ਤਾਕਤ ਸਾਡੇ ਅੰਦਰ ਪਹਿਲਾਂ ਹੀ ਹੈ। ਇਹ ਸਭ ਇੱਕ ਇਕੱਲੀ ਰਹਿ ਰਹੀ ਮਾਂ ਅਤੇ ਵੈਲਫੇਅਰ ਉੱਪਰ ਗੁਜ਼ਾਰਾ ਕਰ ਰਹੀ ਮਾਂ ਦੀ ਕਲਪਨਾ 'ਚੋਂ ਉਪਜਿਆ ਹੈ, ਜੋ ਆਪਣੀ ਸਕੀ ਮਾਂ ਦੀ ਮੌਤ ਦੇਖ ਚੁੱਕੀ ਸੀ ਅਤੇ ਜੋ ਆਪਣੀ ਪਹਿਲੀ ਕਿਤਾਬ ਛਪਣ ਤੋਂ ਕੁਝ ਸਾਲ ਪਹਿਲਾਂ ਇੱਕ ਬੱਚੇ ਨੂੰ ਜਨਮ ਦੇ ਚੁੱਕੀ ਸੀ। ਜਿਵੇਂ ਕਿ ਕਹਾਵਤ ਹੈ, ਸ਼ਾਂਤ ਸਾਗਰ ਦੇ ਮਲਾਹ ਕਦੇ ਪ੍ਰਵੀਨ ਨਹੀਂ ਬਣਦੇ। ਜੋਐਨੀ ਨੇ ਆਪਣੀ ਪਹਿਲੀ ਕਿਤਾਬ 6 ਸਾਲ ਦੀ ਉਮਰ 'ਚ ਲਿਖੀ ਅਤੇ ਅਕਸਰ ਕਹਿੰਦੀ ਰਹੀ ਹੈ ਕਿ ਉਹ ਹਮੇਸ਼ਾ ਜਾਣਦੀ ਸੀ ਕਿ ਉਹ ਲੇਖਕ ਬਣੇਗੀ। ਉਸ ਦੀ ਮਾਂ ਉਸ ਦੀਆਂ ਰਚਨਾਵਾਂ ਦੀ ਹਮੇਸ਼ਾ ਤਾਰੀਫ ਕਰਿਆ ਕਰਦੀ ਸੀ ਅਤੇ 25 ਸਾਲ ਦੀ ਉਮਰ 'ਚ ਆਪਣੀ ਸਭ ਤੋਂ ਵੱਡੀ ਹੱਲਾਸ਼ੇਰੀ ਦਾ ਵਿਛੜ ਜਾਣਾ ਰੋਲਿੰਗ ਲਈ ਬੇਹੱਦ ਸਦਮਾ ਦੇਣ ਵਾਲਾ ਘਾਟਾ ਸੀ। ਰੋਲਿੰਗ ਘੋਰ ਚਿੰਤਾ ਦੀ ਮਰੀਜ਼ ਹੋ ਗਈ ਅਤੇ ਉਹ ਮੰਨਦੀ ਹੈ ਕਿ ਉਸ ਦੇ ਮਨ ਨੂੰ ਖੁਦਕਸ਼ੀ ਕਰਨ ਦਾ ਖਿਆਲ ਵੀ ਆਇਆ ਸੀ। ਉਸ ਨੇ ਆਪਣੀ ਜ਼ਿਆਦਾਤਰ ਕਿਤਾਬ ਲੜੀ
ਕੈਫਿਆਂ 'ਚ ਬੈਠ ਕੇ ਲਿਖੀ ਜਦੋਂ ਉਸ ਦੀ ਬੱਚਾ ਗੱਡੀ ਵਿੱਚ ਸੌਂ ਰਹੀ ਹੁੰਦੀ ਸੀ। ਜਿਵੇਂ ਉਹ ਕਹਿੰਦੀ ਹੈ, ਬਹੁਤ ਹੀ ਥੋੜ੍ਹ ਚਿਰਾ ਵਿਆਹ ਟੁੱਟ ਗਿਆ ਸੀ ਅਤੇ ਮੈਂ ਇਕੱਲੀ ਰਹਿ ਰਹੀ ਬੇਰੁਜ਼ਗਾਰ ਮਾਂ ਸੀ। ਮੈਂ ਇੰਨੀ ਗਰੀਬ ਸੀ ਕਿ ਆਧੁਨਿਕ ਬਰਤਾਨੀਆ ਵਿੱਚ ਉਸ ਤਰ੍ਹਾਂ ਦੀ ਮੰਦਹਾਲੀ ਬੇਘਰ ਹੋਣ ਤੋਂ ਬਿਨਾਂ ਸੰਭਵ ਨਹੀਂ ਹੈ। ਹਰ ਆਮ ਮਿਆਰ ਮੁਤਾਬਕ ਮੈਂ ਜਾਣਦੀ ਸੀ ਕਿ ਮੈਂ ਸਭ ਤੋਂ ਵੱਡੀ ਅਸਫਲਤਾ ਸੀ। ਮੈਂ ਆਜ਼ਾਦ ਸੀ ਕਿਉਂਕਿ ਮੈਂ ਸਭ ਤੋਂ ਵੱਡੇ ਡਰ ਵਿੱਚੋਂ ਗੁਜ਼ਰ ਚੁੱਕੀ ਸੀ ਅਤੇ ਮੇਰੀ ਗੋਦ 'ਚ ਧੀ ਸੀ ਜੋ ਮੈਨੂੰ ਬਹੁਤ ਪਿਆਰੀ ਸੀ। ਮੇਰੇ ਕੋਲ ਇੱਕ ਟਾਈਪਰਾਈਟਰ ਅਤੇ ਇੱਕ ਸ਼ਾਨਦਾਰ ਵਿਚਾਰ ਸੀ ਅਤੇ ਇੰਜ ਉਹ ਠੋਸ ਬੁਨਿਆਦ ਬਣੀ ਜਿਸ ਉੱਪਰ ਮੈਂ ਆਪਣੀ ਜ਼ਿੰਦਗੀ ਦੀ ਮੁੜ ਉਸਾਰੀ ਕੀਤੀ। ਉਸ ਨੂੰ ਲਿਖਣ ਦੀ ਮੁਹੱਬਤ ਦਾ ਸਿਲਾ ਮਿਲ ਗਿਆ ਅਤੇ ਹੈਰੀ ਪੋਟਰਸ ਸੀਰੀਜ਼ ਇੰਜ ਹੋਂਦ 'ਚ ਆਈ। ਮਾਂ ਦੀ ਮੌਤ ਨੇ ਰੋਲਿੰਗ ਨੂੰ ਹੈਰੀ ਪੋਟਰ ਨੂੰ ਇੱਕ ਯਤੀਮ ਦੇ ਰੂਪ 'ਚ ਘੜਨ ਲਈ ਪ੍ਰੇਰਿਆ ਜੋ ਕਹਾਣੀ ਦਾ ਧੁਰਾ ਹੈ। J.K. ਰੋਲਿੰਗ ਦੁਨੀਆ ਭਰ 'ਚ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਬਣ ਚੁੱਕੀ ਹੈ। ਵਿੱਤੀ ਖੌਫ ਅਤੇ ਭਾਵਨਾਤਮਕ ਪਛਾੜਾਂ ਦੇ ਬਾਵਜੂਦ ਉਸ ਨੇ ਲਿਖਣਾ ਜਾਰੀ ਰੱਖਿਆ ਅਤੇ ਉਸ ਦਾ ਆਪਣੇ ਦਿਲ 'ਚ ਵਸਾਈ ਕਹਾਣੀ 'ਚ ਅਡੋਲ ਭਰੋਸਾ ਬਣਿਆ ਰਿਹਾ। ਉਸ ਨੂੰ ਵਾਰ-ਵਾਰ ਠੁਕਰਾਏ ਜਾਣ ਦੇ ਥਪੇੜਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਆਪਣਾ ਨਾਮ ਜੋਐਨੀ ਤੋਂ ਬਦਲ ਕੇ J.K. ਰੱਖ ਲੈਣ ਦੀ ਸਲਾਹ ਦਿੱਤੀ ਗਈ ਕਿਉਂਕਿ ਉਸ ਦੀ ਕਿਤਾਬ ਦੇ ਪਾਠਕ ਮੁੱਖ ਤੌਰ 'ਤੇ ਮੁੰਡੇ ਸਨ। ਇਹ ਕਿਤਾਬ ਲੜੀ ਦੁਨੀਆ ਭਰ 'ਚ ਅੱਲੜ ਵਰੇਸ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਬਹੁਤ ਜ਼ਿਆਦਾ ਪੜ੍ਹੀ ਗਈ ਹੈ ਅਤੇ ਇਸ ਨੇ ਜੋਐਨੀ ਰੋਲਿੰਗ ਨੂੰ ਯੂਨਾਈਟਿਡ ਕਿੰਗਡਮ ਦੀ ਇੱਕ ਸਭ ਤੋਂ ਅਮੀਰ ਔਰਤ ਬਣਾ ਦਿੱਤਾ। ਫੋਰਬਸ ਰਸਾਲੇ ਦੀ ਰਿਪੋਰਟ ਅਨੁਸਾਰ 2011 'ਚ J.K. ਰੋਲਿੰਗ $1 ਅਰਬ ਧਨ ਦੌਲਤ ਦੀ ਮਾਲਕ ਸੀ। ਉਸ ਨੇ ਆਪਣੀ ਵੈੱਬਸਾਈਟ ਉੱਪਰ ਲਿਖਿਆ, ਉਸ ਦੀ ਧਨ ਦੌਲਤ ਨੇ ਉਸ ਨੂੰ ਜੋ ਬੇਹੱਦ ਬਿਹਤਰੀਨ ਚੀਜ਼ ਦਿੱਤੀ ਹੈ ਉਹ ਇਹ ਹੈ ਚਿੰਤਾ ਤੋਂ ਮੁਕਤੀ। ਮੈਨੂੰ ਇਹ ਗੱਲ ਨਹੀਂ ਭੁੱਲੀ ਕਿ ਇਨਸਾਨ ਨੂੰ ਬਿੱਲ ਦੇਣ ਜੋਗੇ ਪੈਸਿਆਂ ਦੇ ਜੁਗਾੜ ਦੀ ਚਿੰਤਾ ਕਿਵੇਂ ਵੱਡ ਖਾਂਦੀ ਹੈ। ਹੁਣ ਇਸ ਦੀ ਚਿੰਤਾ ਨਹੀਂ ਹੁੰਦੀ। ਇਹ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੈ। ਜੋਐਨੀ ਇਹਨਾਂ ਸਭ ਝਟਕਿਆਂ ਨੂੰ, ਆਪਣੀ ਮਾਂ ਦੀ ਮੌਤ, ਤਲਾਕ, ਪੈਸਿਆਂ ਦੀ ਕਮੀ ਨੂੰ ਆਪਣੇ ਉੱਪਰ ਹਾਵੀ ਹੋ ਜਾਣ ਦੀ ਇਜਾਜ਼ਤ ਦੇ ਸਕਦੀ ਸੀ, ਪਰ ਉਹ ਤਾਂ ਆਪਣੇ ਟੀਚਿਆਂ ਨਾਲ ਬੱਝੀ ਹੋਈ ਸੀ। ਉਸ ਨੇ ਖੌਫ ਦੀਆਂ ਆਵਾਜ਼ਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਉਹ ਉਸ ਨੂੰ ਹਮੇਸ਼ਾ ਲਈ ਜਕੜ ਲੈਣ। ਇੱਥੋਂ ਤੱਕ ਕਿ ਜਦੋਂ ਪ੍ਰਕਾਸ਼ਕ ਉਸ ਦੀ ਕਹਾਣੀ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ ਸਨ, ਉਸ ਨੇ ਨਾ ਦੇ ਰੂਪ 'ਚ ਜਵਾਬ ਕਬੂਲ ਨਹੀਂ ਕੀਤਾ। ਉਸ ਨੂੰ ਆਪਣੀ ਰਚਨਾ ਵਿੱਚ ਤਹਿ ਦਿਲੋਂ ਭਰੋਸਾ ਸੀ। ਉਸ ਦੇ ਦਿਲ ਵਿੱਚ ਹੈਰੀ ਪੋਟਰਸ ਦੀ ਕਹਾਣੀ ਦੂਜਿਆਂ ਨਾਲ ਸਾਂਝੀ ਕਰਨ ਦੇ ਨਾਲ ਕਾਮਯਾਬ ਹੋਣ ਦੀ ਜ਼ੋਰਦਾਰ ਇੱਛਾ ਸੀ। ਉਹ ਆਪਣੀ ਕਿਉਂ ਨਾਲ ਜੁੜੀ ਹੋਈ ਸੀ। ਇਸ ਲਈ ਪ੍ਰਕਾਸ਼ਕਾਂ ਦੀ ਕੋਈ ਵੀ ਨਾਮਨਜ਼ੂਰੀ ਉਸ ਨੂੰ ਆਪਣਾ ਮਿਸ਼ਨ ਪੂਰਾ ਕਰਨ ਤੋਂ ਨਹੀਂ ਰੋਕ ਸਕੀ। ਅਭਿਆਸ: ਆਪਣੇ ਟੀਚੇ ਲਿਖ ਲਓ, ਨਾਲ ਹੀ ਅਗਲੇ ਕਾਲਮ ਵਿੱਚ ਉਹਨਾਂ ਨੂੰ ਪ੍ਰਾਪਤ ਕਰਨ ਦੇ ਕਾਰਨ ਵੀ ਦਰਜ ਕਰ ਲਓ। ਵੱਧ ਤੋਂ ਵੱਧ ਸੰਭਵ ਟੀਚੇ ਅਤੇ ਸੁਪਨੇ ਲਿਖ ਲਓ। ਇਸ ਸੂਚੀ ਨੂੰ ਕਿਸੇ ਐਸੀ ਜਗ੍ਹਾ ਟੰਗ ਦਿਓ ਜਿੱਥੇ ਇਹ ਤੁਹਾਨੂੰ ਰੋਜ਼ਾਨਾ ਨਜ਼ਰ ਪੈਂਦੀ ਰਹੇ। ਆਪਣੇ ਸੁਪਨਿਆਂ ਨੂੰ ਤੁਹਾਡੇ ਅੰਦਰ ਇਹਨਾਂ ਕਾਰਜਾਂ ਨੂੰ ਅੰਜਾਮ ਦੇਣ ਦਾ ਜੋਸ਼ ਭਰਨ ਦਿਓ। ਮਿਸਾਲ ਵਜੋਂ ਤੁਹਾਡਾ ਟੀਚਾ ਹੈ, ਮੈਂ ਆਪਣੇ ਪਰਿਵਾਰ ਸਮੇਤ ਦੱਖਣੀ ਫਰਾਂਸ 'ਚ ਛੁੱਟੀਆਂ ਗੁਜ਼ਾਰਨ ਲਈ ਲੋੜੀਂਦਾ ਧਨ ਕਮਾਉਣਾ ਚਾਹੁੰਦਾ ਹਾਂ। ਕਿਉਂ? ਇਸ ਨਾਲ ਮੈਨੂੰ ਸੰਤੁਸ਼ਟੀ ਮਿਲੇਗੀ ਅਤੇ ਇਸ ਨਾਲ ਮੇਰਾ ਬਚਪਨ ਦਾ ਸੁਪਨਾ ਸਾਕਾਰ ਹੋਵੇਗਾ। ਇੱਕ ਐਸੀ ਚੀਜ਼ ਜਿਸ ਨੂੰ ਮੇਰੇ ਮਾਪੇ ਕਦੇ ਵੀ ਕਰ ਸਕਣ ਦੇ ਸਮਰੱਥ ਨਹੀਂ ਸਨ। ਇਸ ਨਾਲ ਮੈਨੂੰ ਸਕੂਨ ਵੀ ਮਿਲੇਗਾ ਅਤੇ ਇਹ ਭਾਵਨਾ ਵੀ ਪੈਦਾ ਹੋਵੇਗੀ ਕਿ ਕੁਝ ਵੀ ਸੰਭਵ ਹੈ। ਇਸ ਨਾਲ ਮੇਰਾ ਭਰੋਸਾ ਮਜ਼ਬੂਤ ਹੋਵੇਗਾ। ਨਾਲ ਹੀ ਮੈਂ ਫਰਾਂਸ ਵੀ ਜਾਣਾ ਚਾਹੁੰਦਾ ਹਾਂ ਅਤੇ ਇਸ ਨੂੰ ਨਿਰਾ ਰਸਾਲਿਆਂ ਅਤੇ ਫਿਲਮਾਂ ਵਿੱਚ ਦੇਖ ਲੈਣ ਦੀ ਬਜਾਏ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ। ਜਦੋਂ ਮੈਂ ਆਪਣੀ ਟੀਮ ਦੇ ਮੈਂਬਰਾਂ ਨੂੰ ਕੋਚਿੰਗ ਦੇ ਰਿਹਾ ਹੁੰਦਾ ਹਾਂ ਤਾਂ ਮੈਂ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ 'ਚ ਜੋ ਕੁਝ ਮਹੱਤਵਪੂਰਨ ਹੈ ਅਤੇ ਜੋ ਉਹ ਕਰਨਾ ਚਾਹੁੰਦੇ ਹਨ ਉਸ ਦੀ ਸੂਚੀ ਬਣਵਾਉਂਦਾ ਹਾਂ। ਜਦੋਂ ਉਹ ਸੂਚੀ ਬਣਾ ਲੈਂਦੇ ਹਨ ਤਾਂ ਤੁਸੀਂ ਕਾਗਜ਼ ਉੱਪਰ ਲਿਖੀਆਂ ਮਹੱਤਵਪੂਰਨ ਚੀਜ਼ਾਂ ਨੂੰ ਦੇਖ ਸਕਦੇ ਹੋ ਅਤੇ ਇਹੀ ਚੀਜ਼ ਜ਼ੋਰਦਾਰ ਇੱਛਾ ਪੈਦਾ ਕਰਦੀ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਨਿਤਨੇਮ ਨਾਲ ਆਪਣੇ ਜੋਸ਼ ਨੂੰ ਉਤੇਜਿਤ ਕਰੋ। ਇਹ ਸਵਖਤੇ ਕਰਨ ਵਾਲਾ ਪਹਿਲਾ ਕੰਮ ਹੈ ਅਤੇ ਕੰਮ 'ਤੇ ਜਾਂ ਮਹੱਤਵਪੂਰਨ ਮੀਟਿੰਗਾਂ 'ਚ ਜਾਣ ਤੋਂ ਪਹਿਲਾਂ ਮਨ ਇਕਾਗਰ ਕਰ ਲਓ ਅਤੇ ਸਪਸ਼ਟ ਹੋ ਜਾਓ। ਤੁਹਾਡੇ ਕੋਲ ਮਨੋਰਥ ਦੀ ਭਾਵਨਾ ਜਿੰਨੀ ਜ਼ਿਆਦਾ ਹੋਵੇਗੀ, ਤੁਸੀਂ ਨਵੇਂ ਖਿਆਲਾਂ ਨੂੰ ਸੁਣਨ ਅਤੇ ਸਹੀ ਲੋਕਾਂ ਨੂੰ ਮਿਲਣ ਲਈ ਉਨਾ ਹੀ ਵਧੇਰੇ ਫਰਾਖਦਿਲ ਹੋਵੋਗੇ।
ਜੋ ਤੁਹਾਨੂੰ ਮੌਕਿਆਂ ਵੱਲ ਲਿਜਾ ਸਕਦੇ ਹਨ। ਨਾਲ ਹੀ ਜਿਉਣ ਦੇ ਇਸ ਸਲੀਕੇ ਨਾਲ ਤੁਹਾਡੇ ਅੰਦਰ ਉੱਚ ਪਾਏ ਦੀ ਊਰਜਾ ਪੈਦਾ ਹੁੰਦੀ ਹੈ। ਤੁਸੀਂ ਜਿਸ ਨੂੰ ਵੀ ਮਿਲੋਗੇ ਉਸ ਉੱਪਰ ਆਪਣੀ ਅਮਿਟ ਛਾਪ ਛੱਡਦੇ ਜਾਓਗੇ। ਹੋਰ ਲੋਕ ਤੁਹਾਡੇ ਆਲੇ ਦੁਆਲੇ ਮੰਡਰਾਉਂਦੇ ਰਹਿਣਾ ਪਸੰਦ ਕਰਨਗੇ, ਕਿਉਂਕਿ ਤੁਸੀਂ ਮਨੋਰਥ ਅਤੇ ਸਕਾਰਾਤਮਕ ਤਾਕਤ ਦੇ ਜਲਾਉ ਨਾਲ ਭਰਪੂਰ ਹੋਵੋਗੇ। ਮੇਰੀ ਕਹਾਣੀ। ਜਦ ਮੈਂ ਬੱਚਾ ਸੀ ਤਾਂ ਮੇਰੇ ਅੰਦਰ ਵੱਖਰਾ ਬਣਨ ਅਤੇ ਹੋਰ ਲੋਕਾਂ ਉੱਪਰ ਪ੍ਰਭਾਵ ਪਾਉਣ ਦੀ ਰੀਝ ਸੀ। ਮੇਰੀ ਰੀਝ ਸੀ ਕਿ ਮੈਂ ਇੱਕ ਐਸੀ ਜ਼ਿੰਦਗੀ ਦੀ ਸਿਰਜਣਾ ਕਰਾਂ ਜਿੱਥੇ ਮੇਰੇ ਕੋਲ ਉਹ ਸਭ ਕੁਝ ਹੋਵੇ ਜਿਨ੍ਹਾਂ ਬਾਰੇ ਮੈਂ ਸਿਰਫ ਕਲਪਨਾ ਕਰ ਸਕਦਾ ਸੀ। ਪਰ ਨਾਲ ਹੀ ਮੈਂ ਦੂਜਿਆਂ ਨੂੰ ਵੀ ਇਹ ਸਿਖਾਉਣਾ ਚਾਹੁੰਦਾ ਸੀ ਕਿ ਜੋ ਕੁਝ ਵੀ ਉਹ ਚਾਹੁੰਦੇ ਹਨ ਉਹ ਕਿਵੇਂ ਹਾਸਲ ਕਰ ਸਕਦੇ ਹਨ। ਜਦ ਮੇਰੇ ਪਿਤਾ ਜੀ 10-11 ਸਾਲ ਦੇ ਸਨ ਤਾਂ ਮੇਰੇ ਦਾਦਾ ਜੀ ਚਲਾਣਾ ਕਰ ਗਏ ਸਨ। ਮੇਰੇ ਪਿਤਾ ਜੀ ਆਪਣੇ ਸਕੂਲ ਵਿੱਚ ਸਭ ਤੋਂ ਹੁਸ਼ਿਆਰ ਵਿਦਿਆਰਥੀ ਸਨ ਅਤੇ ਉਹ ਆਪਣੇ ਪਿੰਡ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵਿਅਕਤੀ ਬਣੇ। ਜਦੋਂ ਉਹ 10ਵੀਂ ਜਮਾਤ ਵਿੱਚ ਸਨ ਉਦੋਂ ਉਹਨਾਂ ਨੇ ਇੱਕ ਅਕਾਦਮੀ ਖੋਲ੍ਹੀ ਜਿੱਥੇ ਉਹਨਾਂ ਤੋਂ ਦੁੱਗਣੀ ਉਮਰ ਦੇ ਲੋਕ ਪੜ੍ਹਨਾ ਲਿਖਣਾ ਸਿੱਖਦੇ ਸਨ। ਭਾਰਤ ਵਿੱਚ ਮੇਰੇ ਕੋਲ ਬਹੁਤੇ ਵਸੀਲੇ ਨਹੀਂ ਸਨ, ਪਰ ਕੈਨੇਡਾ ਬੇਅੰਤ ਸੰਭਾਵਨਾਵਾਂ ਵਾਲਾ ਮੁਲਕ ਸੀ। ਮੈਂ ਸ਼ੁਰੂਆਤ ਕਰਨ ਜਾ ਰਿਹਾ ਸੀ ਅਤੇ ਮੇਰੇ ਵੱਡੇ ਤੋਂ ਵੱਡੇ ਸੁਪਨੇ ਸਾਕਾਰ ਹੋ ਸਕਦੇ ਸਨ। ਹੁਣ ਮੈਨੂੰ ਇੱਥੇ ਰਹਿੰਦੇ ਨੂੰ 27 ਸਾਲ ਹੋ ਗਏ ਹਨ। ਜਿਵੇਂ ਮੈਂ ਜ਼ਿਕਰ ਕਰ ਚੁੱਕਾ ਹਾਂ, ਕੈਨੇਡਾ ਵਿੱਚ ਮੇਰੇ ਰਾਹ ਦਾ ਪਹਿਲਾ ਅੜਿੱਕਾ ਅੰਗਰੇਜ਼ੀ ਬੋਲਣਾ ਸੀ। ਪਹਿਲਾਂ ਤਾਂ ਮੇਰੀ ਹਾਲਤ ਨਿਸੱਤੀ ਜਿਹੀ ਹੋ ਗਈ ਸੀ, ਪਰ ਮੈਂ ਛੇਤੀ ਹੀ ਸੰਭਲ ਗਿਆ ਅਤੇ ਮੈਂ ਸਮਝ ਲਿਆ ਕਿ ਮੈਨੂੰ 16 ਕਲਾਂ ਸੰਪੂਰਨ ਹੋਣ ਦੀ ਲੋੜ ਨਹੀਂ ਹੈ। ਮੈਨੂੰ ਆਦਰਸ਼ਵਾਦ ਤਿਆਗਣਾ ਪੈਣਾ ਸੀ ਅਤੇ ਕੋਸ਼ਿਸ਼ਾਂ 'ਚ ਜੁਟਣਾ ਪੈਣਾ ਸੀ। ਮੈਨੂੰ ਵਿਦਿਆਰਥੀ ਵਾਲੀ ਮਾਨਸਿਕਤਾ 'ਚੋਂ ਪਰਤਣਾ ਪੈਣਾ ਸੀ ਅਤੇ ਆਪਣੇ ਅੰਦਰ ਹਲੀਮੀ ਪੈਦਾ ਕਰਨੀ ਪੈਣੀ ਸੀ। ਮੈਨੂੰ ਇੱਕ ਐਸਾ ਦੋਸਤ ਮਿਲ ਗਿਆ ਜਿਸ ਦੀ ਮੇਰੇ ਵਾਂਗ ਦੂਜੀ ਭਾਸ਼ਾ ਅੰਗਰੇਜ਼ੀ ਸੀ ਅਤੇ ਅਸੀਂ ਕੰਮ ਤੋਂ ਬਾਅਦ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਪਹਿਲੀ ਨੌਕਰੀ ਪਲਾਸਟਿਕ ਦੀ ਫੈਕਟਰੀ 'ਚ ਮਿਲੀ। ਇੱਕ ਵਾਰ ਫਿਰ ਮੇਰਾ ਗੁਜ਼ਾਰਾ ਮਸਾਂ ਹੁੰਦਾ ਸੀ ਅਤੇ ਮੈਂ ਢਹਿੰਦੀ ਕਲਾ ਵਿੱਚ ਸੀ। ਫਿਰ ਮੈਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੁਰਨਾ ਫੁਰਿਆ, ਜਿਸ ਨਾਲ ਮੈਂ ਵਿਦਿਆਰਥੀ ਮਾਨਸਿਕਤਾ 'ਚ ਪਰਤ ਆਇਆ। ਪਰ ਜਦੋਂ ਮੈਂ ਪਲੰਬਿੰਗ ਦਾ ਕਾਰੋਬਾਰ ਸ਼ੁਰੂ ਕੀਤਾ ਤਾਂ ਮੈਨੂੰ ਸਮੇਂ ਸਿਰ ਭੁਗਤਾਨ ਕਰਨ ਵਾਲੇ ਗਾਹਕਾਂ ਦੀ ਸਮੱਸਿਆ ਆਉਣ ਲੱਗੀ। ਛੇਤੀ ਹੀ ਮੈਂ ਸੈੱਲਫੋਨ ਸਟੋਰ ਦਾ ਕਾਰੋਬਾਰ ਸ਼ੁਰੂ ਕਰ ਲਿਆ। ਪਹਿਲੇ ਕੁਝ ਮਹੀਨਿਆਂ 'ਚ ਹੀ ਇਸ ਕਾਰੋਬਾਰ 'ਚ ਮੈਨੂੰ ਸਫਲਤਾ ਮਿਲ ਗਈ। ਉਹਨਾਂ ਪਲਾਂ 'ਚੋਂ ਇਹ ਮਹਿਸੂਸ ਕਰਨਾ ਸੌਖਾ ਹੈ ਕਿ ਦੁਨੀਆ ਤੁਹਾਡੇ ਖਿਲਾਫ ਹੈ ਅਤੇ ਸ਼ਾਇਦ ਹਰ ਕੋਈ ਤੁਹਾਡੀ ਬਰਬਾਦੀ ਯਕੀਨੀ ਬਣਾਉਣ ਲਈ ਸਾਜ਼ਿਸ਼ਾਂ ਕਰ ਰਿਹਾ ਹੈ। ਪਰ ਜਦੋਂ ਵੀ ਐਸੀਆਂ ਸੋਚਾਂ ਤੁਹਾਡੇ ਦਿਮਾਗ 'ਚ ਆਉਣ ਤਾਂ ਉਹਨਾਂ ਵੱਲ ਧਿਆਨ ਦਿਓ ਅਤੇ ਉਹਨਾਂ ਤੋਂ ਖਹਿੜਾ ਛੁਡਾਓ। ਤੁਸੀਂ ਲੰਮਾ ਸਮਾਂ ਨਾਪੱਖੀ ਸੋਚਾਂ ਅਤੇ ਭਾਵਨਾਵਾਂ ਨੂੰ ਆਪਣੇ ਮਨ 'ਚ ਥਾਂ ਨਹੀਂ ਦੇ ਸਕਦੇ, ਕਿਉਂਕਿ ਇਹ ਤੁਹਾਨੂੰ ਲਗਾਤਾਰ ਢਹਿੰਦੀ ਕਲਾ ਵੱਲ ਹੀ ਲੈ ਜਾਣਗੀਆਂ। ਸਮੇਂ ਨਾਲ ਮੈਂ ਆਪਣੀਆਂ ਸੋਚਾਂ ਨੂੰ ਕਾਬੂ 'ਚ ਰੱਖਣ ਲਈ ਆਪਣੇ ਆਪ ਨਾਲ ਸੁਚੇਤ ਰੂਪ 'ਚ ਸੰਵਾਦ ਰਚਾਉਣ ਦੀ ਜਾਚ ਸਿੱਖ ਲਈ। ਅਸੀਂ ਬਹੁਤਾ ਸਮਾਂ ਜੋ ਕੁਝ ਸੋਚਦੇ ਰਹਿੰਦੇ ਹਾਂ ਉਹੀ ਸਾਡੇ ਲਈ ਹਕੀਕਤ ਬਣ ਜਾਂਦਾ ਹੈ। ਮੇਰੇ ਸੁਪਨੇ ਹਮੇਸ਼ਾ ਹੀ ਵੱਡੇ ਵੱਡੇ ਰਹੇ ਹਨ ਅਤੇ ਮੈਂ ਆਪਣੇ ਨਾਲ ਦੇ ਹਰ ਵਿਅਕਤੀ ਨਾਲ ਸਾਂਝੇ ਕਰਦਾ ਰਿਹਾ ਹਾਂ, ਇੱਥੋਂ ਤੱਕ ਕਿ ਆਪਣੇ ਨਿਹਾਇਤ ਖਿਆਲੀ ਸੁਪਨੇ ਵੀ। ਜਦੋਂ ਮੈਂ ਆਪਣਾ ਟੀਚਾ ਹਾਸਲ ਕਰ ਲੈਂਦਾ ਹਾਂ ਫਿਰ ਮੈਂ ਆਪਣੇ ਸਾਹਮਣੇ ਇਸ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਣ ਦੀ ਚੁਣੌਤੀ ਰੱਖਣਾ ਪਸੰਦ ਕਰਦਾ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਰੋਜ਼ਾਨਾ 15 ਘੰਟੇ ਕੰਮ ਕਰਨਾ ਪੈਂਦਾ ਹੈ ਜਾਂ 20 ਘੰਟੇ। ਮੈਂ 100% ਤਾਣ ਲਗਾਉਂਦਾ ਹਾਂ ਅਤੇ ਮੈਨੂੰ ਇਹ ਭਰੋਸਾ ਹੁੰਦਾ ਹੈ ਕਿ ਮੈਂ ਆਪਣਾ ਟੀਚਾ ਹਾਸਲ ਕਰ ਲਵਾਂਗਾ। ਮੇਰੇ ਅੰਦਰ ਵੀ ਡਰ ਅਤੇ ਸ਼ੱਕ ਹੁੰਦੇ ਹਨ, ਪਰ ਮੈਂ ਉਹਨਾਂ ਨੂੰ ਮੈਨੂੰ ਅੰਦਰੋਂ ਅੰਦਰੀ ਖਾ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਕਦੇ ਕਦੇ ਕੋਈ ਸੁਪਨਾ ਲੰਬਾ ਸਮਾਂ ਰਹਿੰਦਾ ਹੈ ਅਤੇ ਕੁਝ ਲੋਕ ਤੁਹਾਡੇ ਉੱਪਰ ਸ਼ੱਕ ਕਰ ਸਕਦੇ ਹਨ ਜਾਂ ਤੁਹਾਨੂੰ ਵੱਡੇ ਵੱਡੇ ਸੁਪਨੇ ਲੈਣ ਵਾਲਾ ਜਨੂਨੀ ਵੀ ਸਮਝ ਸਕਦੇ ਹਨ। ਇਹਨਾਂ ਨੂੰ ਆਪਣੀ ਪ੍ਰੇਰਨਾ ਬਣਨ ਦਿਓ। ਰੁਡਿਅਰਡ ਕਿਪਲਿੰਗ ਦਾ ਕਹਿਣਾ ਹੈ, ਦੁਨੀਆ ਦੇ ਕੁੱਲ ਝੂਠਿਆਂ ਵਿੱਚੋਂ ਕਦੇ ਕਦੇ ਸਭ ਤੋਂ ਬੁਰੇ ਸਾਡੇ ਆਪਣੇ ਡਰ ਹੁੰਦੇ ਹਨ। 2008 'ਚ ਮੈਂ ਤੇ ਮੇਰੀ ਪਤਨੀ ਨੇ ਰੈਸਟੋਰੈਂਟ ਖਰੀਦ ਲਿਆ ਕਿਉਂਕਿ ਇਹ ਉਸ ਦਾ ਸੁਪਨਾ ਸੀ ਅਤੇ ਅਸੀਂ ਰੈਸਟੋਰੈਂਟ ਦੇ ਖਾਣੇ ਦੀ ਕੁਆਲਿਟੀ ਅਤੇ ਹੋਰ ਪੱਖਾਂ ਨੂੰ ਸੁਧਾਰਨ ਦੀ ਲਗਾਤਾਰ ਵਾਹ ਲਾਉਂਦੇ ਰਹੇ। 6 ਸਾਲਾਂ 'ਚੋਂ ਮੈਨੂੰ $15 ਲੱਖ ਦਾ ਘਾਟਾ ਝੱਲਣਾ ਪਿਆ। ਮੈਨੂੰ ਪਤਾ ਸੀ ਕਿ ਫਿਰ ਟੁਰਨ ਦਾ ਵੇਲਾ ਆ ਗਿਆ ਸੀ, ਪਰ ਮੈਂ ਪਛਤਾਵੇ ਨਾਲ ਪਿੱਛੇ ਮੁੜ ਕੇ ਨਹੀਂ ਦੇਖਦਾ। ਹਰ ਤਜਰਬੇ ਅਤੇ ਖਾਸ ਕਰਕੇ ਹਰ ਗਲਤੀ ਨੇ ਮੈਨੂੰ ਮੇਰੀਆਂ ਸਫਲਤਾਵਾਂ ਨਾਲੋਂ ਵੱਧ ਸਿਖਾਇਆ ਹੈ। ਇਸ ਲਈ ਕਦੇ ਵੀ ਆਪਣੀਆਂ ਅਸਫਲਤਾਵਾਂ ਨੂੰ ਨਾਪੱਖੀ ਰੂਪ 'ਚ ਨਾ ਲਵੋ। ਮੈਂ ਆਪਣੇ ਟੀਚੇ ਹਾਸਲ ਕਰਨ ਲਈ ਬਹੁਤ ਕੁਝ ਦਾਅ 'ਤੇ ਲਾ ਦਿੰਦਾ ਹਾਂ। ਆਪਣੀ ਦ੍ਰਿਸ਼ਟੀ ਬਾਰੇ ਮੈਂ ਬਹੁਤ ਸਪਸ਼ਟ ਹਾਂ। ਜਦੋਂ ਮੈਂ ਇਹ ਕਹਿੰਦਾ ਹਾਂ ਕਿ ਮੈਂ ਕੁਝ ਕਰਨ ਜਾ ਰਿਹਾ ਹਾਂ ਤਾਂ ਇਸ ਨੂੰ ਹਾਸਲ ਕਰਨ ਲਈ ਲੋੜੀਂਦਾ ਸਭ ਕੁਝ ਮੈਂ ਕਰਦਾ ਹਾਂ। ਮੈਂ ਆਪਣੇ ਆਪ 'ਤੇ ਕਦੇ ਵੀ ਸ਼ੱਕ ਨਹੀਂ ਕਰਦਾ।
ਭਰੋਸਾ ਬਹੁਤ ਮਹੱਤਵਪੂਰਨ ਹੈ। ਮੁਹੰਮਦ ਅਲੀ ਦਾ ਕਹਿਣਾ ਹੈ, ਅਸੰਭਵ ਮਹਿਜ਼ ਇੱਕ ਸ਼ਬਦ ਹੈ ਜੋ ਐਸੇ ਕਮਜ਼ੋਰ ਮਨੁੱਖਾਂ ਵੱਲੋਂ ਉਛਾਲਿਆ ਜਾਂਦਾ ਹੈ ਜੋ ਆਪਣੇ ਅੰਦਰ ਪਈ ਇਸ ਦੁਨੀਆ ਨੂੰ ਬਦਲਣ ਲਈ ਮੌਜੂਦ ਤਾਕਤ ਨੂੰ ਲੱਭਣ ਦੀ ਖੇਚਲ ਨਹੀਂ ਕਰਦੇ। ਇਸ ਦੀ ਬਜਾਏ ਉਹ ਇਸ ਦੇ ਅੰਦਰ ਜਿਉਣਾ ਸੌਖਾ ਸਮਝਦੇ ਹਨ। ਅਸੰਭਵ ਸੱਚਾਈ ਨਹੀਂ ਹੈ, ਇਹ ਇੱਕ ਰਾਏ ਹੈ। ਅਸੰਭਵ ਸੰਭਾਵਨਾ ਨਾਲ ਭਰਪੂਰ ਹੁੰਦਾ ਹੈ। ਅਸੰਭਵ ਵਕਤੀ ਹੈ, ਅਸੰਭਵ ਕੁਝ ਨਹੀਂ। ਮੈਂ ਹਮੇਸ਼ਾ ਇਹ ਜਾਣਦਾ ਸੀ ਕਿ ਜੇ ਮੈਂ ਆਪਣੀ ਜ਼ਿੰਦਗੀ ਨੂੰ ਵੱਖਰੀ ਤਰ੍ਹਾਂ ਦੀ ਦੇਖਣਾ ਚਾਹੁੰਦਾ ਹਾਂ ਤਾਂ ਮੈਨੂੰ ਆਪਣਾ ਬੌਸ ਆਪ ਬਣਨਾ ਪਵੇਗਾ। ਮੈਨੂੰ ਉਹ ਬਣਨ ਦੀ ਲੋੜ ਸੀ ਜੋ ਮੇਰੀ ਜ਼ਿੰਦਗੀ ਦਾ ਸੰਚਾਲਨ ਕਰੇ। ਮੈਂ ਇਹ ਵੀ ਸਮਝਦਾ ਸੀ ਕਿ ਇਹੀ ਇੱਕੋ ਇੱਕ ਰਸਤਾ ਸੀ ਜਿਸ ਨਾਲ ਮੈਂ ਦੂਜਿਆਂ ਦੀਆਂ ਜ਼ਿੰਦਗੀਆਂ 'ਚ ਬਹੁਤ ਵੱਡੀ ਤਬਦੀਲੀ ਲਿਆ ਸਕਦਾ ਸੀ ਅਤੇ ਮੈਂ ਆਪਣੇ ਭਾਈਚਾਰੇ ਦਾ ਦੇਣਾ ਦੇ ਸਕਦਾ ਸੀ। ਆਪਣੇ ਪਿਤਾ ਜੀ ਦੀ ਵਿਰਾਸਤ ਨੂੰ ਮੈਂ ਇਸ ਤਰੀਕੇ ਨਾਲ ਜਾਰੀ ਰੱਖ ਰਿਹਾ ਹਾਂ। ਇਹ ਮੇਰੇ ਵੱਲੋਂ ਕਮਾਏ ਪੈਸੇ ਦੀ ਮਾਤਰਾ ਨਹੀਂ ਹੈ ਜਿਸ ਨੂੰ ਮੈਂ ਚੇਤੇ ਰੱਖਣਾ ਚਾਹੁੰਦਾ ਹਾਂ। ਇਹ ਮੇਰਾ ਦੂਜਿਆਂ ਉੱਪਰ ਪ੍ਰਭਾਵ ਹੈ। ਤਰੱਕੀ ਕਰਨ ਲਈ ਮੈਂ ਹਰ ਸਾਲ ਆਪਣੇ ਅੱਗੇ ਚੁਣੌਤੀ ਰੱਖਦਾ ਰਹਿੰਦਾ ਹਾਂ। ਦੂਜਿਆਂ ਦੀਆਂ ਸੰਭਾਵਨਾਵਾਂ ਨੂੰ ਪਛਾਣਨ ਦੇ ਕਾਬਲ ਹੋਣਾ ਮੇਰੇ ਗੁਣਾਂ 'ਚੋਂ ਇੱਕ ਹੈ। ਮੈਂ ਆਪਣੇ ਨਾਲ ਕੰਮ ਕਰਦੇ ਲੋਕਾਂ ਨੂੰ ਪੁੱਛਦਾ ਹਾਂ ਕਿ ਉਹਨਾਂ ਦਾ ਜ਼ਿੰਦਗੀ ਵਿੱਚ ਅਸਲ ਮਨੋਰਥ ਕੀ ਹੈ ਅਤੇ ਉਹਨਾਂ ਨੂੰ ਪ੍ਰੇਰਨਾ ਦੇਣ ਵਾਲੇ ਅੰਦਰੂਨੀ ਸਰੋਤ ਕਿਹੜੇ ਹਨ। ਇਹ ਪ੍ਰਸਿੱਧੀ ਮਿਲਣਾ ਹੈ, ਪੈਸਾ ਹੈ ਜਾਂ ਦੂਜਿਆਂ ਦੀ ਮਦਦ ਕਰਨਾ। ਇਸ ਦੇ ਨਾਲ ਹੀ ਮੈਨੂੰ ਆਪਣੇ ਮੁਲਾਜ਼ਮਾਂ ਨੂੰ ਚੁਣੌਤੀ ਦੇਣਾ ਚੰਗਾ ਲੱਗਦਾ ਹੈ। ਸਫ਼ਰ ਮੇਰੇ ਲਈ ਮਹੱਤਵਪੂਰਨ ਹੈ। ਮੈਂ ਦੇਖਿਆ ਹੈ ਕਿ ਮੇਰੇ ਬਹੁਤ ਸਾਰੇ ਮੁਲਾਜ਼ਮ ਕੰਮ 'ਚ ਇੰਨੇ ਗ੍ਰਸਤ ਹੋ ਗਏ ਸਨ ਕਿ ਉਹਨਾਂ ਲਈ ਛੁੱਟੀ ਦੀ ਆਪਸ਼ਨ ਨਹੀਂ ਸੀ। ਇਸ ਲਈ ਮੈਂ ਫੈਸਲਾ ਲਿਆ ਕਿ ਜੇ ਮੇਰੇ ਮੁਲਾਜ਼ਮ ਵਿਕਰੀ ਦੇ ਨਿਸ਼ਚਿਤ ਟੀਚੇ ਪੂਰੇ ਕਰਦੇ ਹਨ ਤਾਂ ਮੈਂ ਆਪਣੇ ਟਾਪ ਸੈਲਰਾਂ ਨੂੰ ਪੂਰੀ ਤਨਖਾਹ ਦੇ ਕੇ ਪਰਿਵਾਰ ਸਮੇਤ ਹਵਾਈ ਜਾਂ ਮੈਕਸੀਕੋ ਦੀ ਯਾਤਰਾ ਕਰਨ ਦਾ ਤੋਹਫਾ ਦੇਵਾਂਗਾ। ਇਸ ਚੁਣੌਤੀ ਦੇ ਬਹੁਤ ਸਾਰੇ ਜੇਤੂਆਂ ਨੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਉਹ ਥਾਵਾਂ ਦੇਖੀਆਂ। ਇਹ ਚੀਜ਼ ਹਮੇਸ਼ਾ ਇੱਕ ਟੀਚੇ ਲਈ ਕੰਮ ਕਰਨ 'ਚ ਸਾਡੀ ਸਹਾਇਤਾ ਕਰਦੀ ਹੈ। ਜਦੋਂ ਮੈਂ ਗਰਮੀ ਦੇ ਮੌਸਮ 'ਚ ਭਾਰਤ ਵਿੱਚ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਜਾਂਦਾ ਸੀ ਤਾਂ ਮੈਂ 45 ਡਿਗਰੀ ਸੈਲਸੀਅਸ ਤਾਪਮਾਨ 'ਚ ਰਬੜ ਦੀ ਜੁੱਤੀ ਪਹਿਨੀ ਹੁੰਦੀ ਸੀ ਜਿਸ ਨਾਲ ਮੇਰੇ ਪੈਰ ਭੁੱਜ ਜਾਂਦੇ ਸਨ। ਅਸੀਂ ਚੱਜ ਦੀ ਤਲੇ ਵਾਲੀ ਜੁੱਤੀ ਖਰੀਦਣ ਜੋਗੇ ਨਹੀਂ ਸੀ। ਮੇਰੇ ਸਕੂਲ ਨੂੰ ਜਾਂਦਾ ਰਾਹ ਤਪਦੇ ਪੱਥਰਾਂ ਅਤੇ ਚਿੱਕੜ ਵਾਲਾ ਸੀ ਅਤੇ ਮੇਰੇ ਪੈਰੀਂ ਖੁੱਲ੍ਹੇ ਮੂੰਹ ਵਾਲੀ ਜੁੱਤੀ ਪਾਈ ਹੁੰਦੀ ਸੀ। ਸੋ ਪੈਰਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਣ ਲਈ ਮੈਨੂੰ ਘਾਹ ਉੱਪਰ ਖੜ੍ਹਨਾ ਪੈਂਦਾ ਸੀ। ਸਕੂਲ ਜਾਣ ਲਈ ਮੈਨੂੰ ਚਮੜੇ ਦੀ ਆਰਾਮਦਾਇਕ ਜੁੱਤੀ ਨਹੀਂ ਜੁੜਦੀ ਸੀ। ਇਸ ਸਾਲ ਮੈਨੂੰ ਇਹ ਗੱਲ ਔੜੀ ਕਿ ਭਾਰਤ ਵਿੱਚ ਮੇਰੇ ਵਰਗੇ ਪਿੰਡਾਂ 'ਚੋਂ ਐਸੇ ਕਿੰਨੇ ਬੱਚੇ ਹੋਣਗੇ ਜਿਨ੍ਹਾਂ ਕੋਲ ਸਕੂਲ ਜਾਣ ਲਈ ਚੰਗੀ ਜੁੱਤੀ ਨਹੀਂ ਹੋਵੇਗੀ। ਮੈਂ ਬਹੁਤ ਸਾਰੀਆਂ ਫੈਕਟਰੀਆਂ ਨਾਲ ਗੱਲ ਕੀਤੀ ਹੈ ਜੋ ਮੌਸਮ ਅਨੁਕੂਲ ਅਤੇ ਹੰਢਣਸਾਰ ਜੁੱਤੇ ਬਣਾਉਂਦੀਆਂ ਹਨ। ਮੈਂ ਸਕੂਲ ਜਾਂਦੇ ਬੱਚਿਆਂ ਦੀ ਮਦਦ ਕਰਨ 'ਚ ਪੇਸ਼ਕਸ਼ ਕੀਤੀ ਹੈ ਤਾਂ ਜੋ ਉਹਨਾਂ ਕੋਲ ਸਕੂਲ ਜਾਣ ਲਈ ਉਸ ਤੋਂ ਵਧੀਆ ਜੁੱਤੀ ਹੋਵੇ ਜੋ ਮੈਨੂੰ ਪਾਉਣੀ ਪੈਂਦੀ ਸੀ। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣਾ ਪਿਛੋਕੜ ਅਤੇ ਮੈਨੂੰ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਝੱਲਣੀਆਂ ਪਈਆਂ ਉਸ ਨੂੰ ਚੇਤੇ ਰੱਖਾਂ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਦੂਜਿਆਂ ਨੂੰ ਉਸ ਤਰ੍ਹਾਂ ਦੀਆਂ ਮੁਸੀਬਤਾਂ ਨਾ ਝੱਲਣੀਆਂ ਪੈਣ। ਇਸ ਨੂੰ ਬਦਲਣ ਦਾ ਇੱਕੋ ਇੱਕ ਤਰੀਕਾ ਵਿੱਤੀ ਵਸੀਲੇ ਹਨ। ਟੋਨੀ ਰੋਬਿਨਸ ਕਹਿੰਦੇ ਹਨ, ਟੀਚੇ ਮਿੱਥਣਾ ਅਦਿੱਖ ਨੂੰ ਦ੍ਰਿਸ਼ਟੀਗੋਚਰ ਬਣਾਉਣ 'ਚ ਪਹਿਲਾ ਕਦਮ ਹੈ। ਜਦੋਂ ਮੇਰੇ 'ਤੇ ਜਵਾਨੀ ਸੀ ਤਾਂ ਮੈਨੂੰ ਪੈਸੇ ਧੇਲੇ ਦੀ ਹਮੇਸ਼ਾ ਤੰਗੀ ਰਹਿੰਦੀ ਸੀ। ਕਈ ਵਾਰ ਮੇਰੇ ਪਿਤਾ ਜੀ ਮੈਨੂੰ ਕਰਿਆਨੇ ਦੀ ਦੁਕਾਨ ਤੋਂ ਸੌਦਾ ਪੱਤਾ ਖਰੀਦਣ ਲਈ ਆਪਣੇ ਨਾਲ ਲੈ ਜਾਂਦੇ ਸਨ ਅਤੇ ਸਾਡੇ ਕੋਲ ਰਾਸ਼ਨ ਖਰੀਦਣ ਲਈ ਪੈਸੇ ਨਹੀਂ ਹੁੰਦੇ ਸਨ। ਦੁਕਾਨ ਦਾ ਮਾਲਕ ਮੇਰੇ ਪਿਤਾ ਜੀ ਦਾ ਵਿਦਿਆਰਥੀ ਸੀ ਅਤੇ ਅਸੀਂ 1 ਮਹੀਨੇ ਦਾ ਰਾਸ਼ਨ ਖਰੀਦ ਲੈਂਦੇ। ਜਦੋਂ ਮਹੀਨੇ ਦੇ ਅਖੀਰ 'ਚ ਪਿਤਾ ਜੀ ਨੂੰ ਤਨਖਾਹ ਮਿਲ ਜਾਂਦੀ, ਉਹ ਪਿਛਲੇ ਮਹੀਨੇ ਦਾ ਉਧਾਰ ਚੁਕਾ ਕੇ ਅਗਲੇ ਮਹੀਨੇ ਦਾ ਰਾਸ਼ਨ ਉਧਾਰ ਚੁੱਕ ਲੈਂਦੇ। ਇਹ ਗੇੜ ਇਸੇ ਤਰ੍ਹਾਂ ਚੱਲਦਾ ਰਹਿੰਦਾ ਸੀ। ਸਾਡੇ ਪਿੰਡ ਦੇ ਬਾਹਰ ਮੇਲੇ ਲੱਗਦੇ ਸਨ। ਮੇਰੇ ਕੋਲ ਉੱਥੇ ਜਾਣ ਲਈ ਸਾਈਕਲ ਜਾਂ ਠੰਡਾ ਜਾਂ ਮਿੱਠੀਆਂ ਗੋਲੀਆਂ ਖਰੀਦਣ ਜੋਗੇ ਪੈਸੇ ਨਹੀਂ ਸੀ ਹੁੰਦੇ। ਮੈਂ ਉੱਥੇ ਜਾਂਦਾ ਅਤੇ ਘੁੰਮ ਫਿਰ ਕੇ ਮੁੜ ਆਉਂਦਾ। ਮੇਰਾ ਪਾਲਣ ਪੋਸ਼ਣ ਪੈਸੇ ਧੇਲੇ ਦੀ ਥੋੜ ਦੇ ਅਨੁਭਵਾਂ ਦੌਰਾਨ ਹੋਇਆ ਅਤੇ ਹਰ ਸਮੇਂ ਇਹੀ ਕੁਝ ਸੁਣਨ ਨੂੰ ਮਿਲਦਾ ਸੀ। ਸਾਡੇ 'ਚੋਂ ਮੀਟ ਖਰੀਦਣ ਦੀ ਪੁੱਜਤ ਨਹੀਂ ਸੀ, ਇਸ ਲਈ ਅਸੀਂ ਆਪਣੀ ਜ਼ਮੀਨ ਉੱਪਰ ਜੋ ਬੀਜਦੇ ਉਸੇ ਨਾਲ ਗੁਜ਼ਾਰਾ ਕਰਦੇ ਸੀ। ਜਦੋਂ ਮੈਂ 7 ਸਾਲ ਦਾ ਹੋਇਆ ਤਾਂ ਮੇਰੀ ਮੁਲਾਕਾਤ ਇੱਕ ਪਾਂਡੇ ਨਾਲ ਹੋਈ ਜੋ ਸਾਡੇ ਘਰ ਆਉਂਦਾ ਰਹਿੰਦਾ ਸੀ। ਉਸ ਨੇ ਮੇਰਾ ਹੱਥ ਦੇ ਕੇ ਮੇਰੇ ਪਰਿਵਾਰ ਨੂੰ ਦੱਸਿਆ ਕਿ ਕਿਸੇ ਦਿਨ ਮੇਰੇ ਕੋਲ 500 ਲੋਕ ਨੌਕਰੀ ਕਰਨਗੇ। ਕਿਸਮਤ ਦੀ ਖੇਡ ਦੇਖੋ, ਇਸ ਸਾਲ ਮੇਰੇ ਕੋਲ 500 ਤੋਂ ਵਧੇਰੇ ਲੋਕ ਕੰਮ ਕਰਦੇ ਹਨ। ਮੈਂ ਨਹੀਂ ਜਾਣਦਾ ਕਿ ਜੋਤਸ਼ੀ ਨੇ ਸੱਚਮੁੱਚ ਇਹ ਦੇਖ ਲਿਆ ਸੀ, ਲੇਕਿਨ ਉਸ ਦੇ ਬੋਲ ਮੇਰੇ ਜ਼ਿਹਨ 'ਚ ਘਰ ਕਰ ਗਏ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਵਚੇਤਨ 'ਚ ਇਹ ਮੇਰੀ ਹਕੀਕਤ ਬਣ ਗਿਆ।
ਜਦ ਮੈਂ ਪਲੰਬਿੰਗ ਦਾ ਕਾਰੋਬਾਰ ਕਰਦਾ ਸੀ ਤਾਂ ਮੈਂ ਤਕਰੀਬਨ ਦਿਵਾਲੀਆ ਹੋ ਗਿਆ ਸੀ, ਕਿਉਂਕਿ ਗਾਹਕ ਸਮੇਂ ਸਿਰ ਭੁਗਤਾਨ ਨਹੀਂ ਕਰਦੇ ਸਨ। ਯੋਗਤਾ ਹਾਸਲ ਕਰਨ ਲਈ ਮੈਨੂੰ 4 ਸਾਲ ਲੱਗੇ ਅਤੇ ਫਿਰ ਉਹ ਕਾਰੋਬਾਰ ਉਵੇਂ ਨਾ ਚੱਲਿਆ ਜਿਵੇਂ ਵਿਉਂਤਿਆ ਗਿਆ ਸੀ। ਪਰ ਪਿਛਲ ਝਾਤ ਮਾਰਦੇ ਹੋਏ ਮੈਂ ਸਮਝਦਾ ਹਾਂ ਕਿ ਇਹੀ ਬਿਹਤਰੀਨ ਸੀ ਜੋ ਮੇਰੇ ਨਾਲ ਹੋ ਸਕਦਾ ਸੀ। ਜੈਕ ਕੈਨਫੀਲਡ ਦਾ ਕਹਿਣਾ ਹੈ, ਤੁਹਾਡੀ ਚਾਹਤ ਹੀ ਹਰ ਚੀਜ਼ ਡਰ ਦੇ ਦੂਜੇ ਪਾਸੇ ਹੁੰਦੀ ਹੈ। ਮੈਂ ਜਾਣਦਾ ਸੀ ਕਿ ਜੇ ਮੈਂ ਇੱਕ ਵਾਰ ਇੱਕ ਕਾਰੋਬਾਰ ਸ਼ੁਰੂ ਕਰ ਸਕਦਾ ਹਾਂ ਅਤੇ ਇਸ ਨੂੰ ਵਧਾ ਸਕਦਾ ਹਾਂ ਤਾਂ ਇਹ ਮੈਂ ਮੁੜ ਕਰ ਸਕਦਾ ਸੀ। ਇਹ ਗੱਲ ਮੈਂ ਦਿਲੋਂ ਜਾਣਦਾ ਸੀ। ਇਸ ਲਈ ਮੈਂ ਸੈੱਲ ਫੋਨ ਦੇ ਕਾਰੋਬਾਰ 'ਚ ਪੈ ਗਿਆ। ਉੱਥੋਂ ਮੈਂ ਫਾਈਨਾਂਸ ਦੇ ਖੇਤਰ 'ਚ ਚਲਾ ਗਿਆ। ਉਸ ਦਿਨ ਤੋਂ ਲੈ ਕੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਜਾਣਦਾ ਸੀ ਕਿ ਜੇ ਮੈਂ ਬਿਹਤਰ ਜ਼ਿੰਦਗੀ ਦੀ ਇੱਛਾ ਰੱਖਦਾ ਹਾਂ ਤਾਂ ਮੈਨੂੰ ਆਪਣੇ ਲਈ ਵੱਖਰੇ ਹਾਲਾਤ ਬਣਾਉਣੇ ਪੈਣਗੇ। ਇਹ ਸਭ ਮੈਂ ਆਪਣੀ ਕਿਉਂ ਨੂੰ ਸਮਝ ਕੇ ਅਤੇ ਇਸ ਨੂੰ ਆਪਣੇ ਇਰਾਦੇ, ਆਪਣੀ ਪ੍ਰਬਲ ਇੱਛਾ ਨਾਲ ਸਭ ਕੁਝ ਕਰ ਲੈਣ ਦੀ ਆਪਣੀ ਵਿਚਾਰ ਸ਼ਕਤੀ ਨਾਲ ਜੋੜ ਕੇ ਹਾਸਲ ਕੀਤਾ। ਰਾਬਰਟ ਐਫ ਕੈਨੇਡੀ ਕਹਿੰਦੇ ਹਨ, ਸਿਰਫ ਬਹੁਤ ਜ਼ਿਆਦਾ ਅਸਫਲ ਰਹਿਣ ਦਾ ਜ਼ੇਰਾ ਕਰਨ ਵਾਲੇ ਹੀ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ। ਧੰਨਵਾਦ।